Welcome, dear students. Today we are going to do a chapter which is written by Helen Keller, The Story of My Life. This is an autobiography of a great writer, Helen Keller. ये जो स्टोरी है द स्टोरी ऑफ माई लाइफ ਇਹ ਹੈਲਨ ਕੈਲਰ ਦੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਿਹੜੀ ਉਹਨਾਂ ਨੇ ਆਪਣੀ ਆਤਮ ਕਥਾ ਲਿਖੀ ਹੈ ਉਹਦੇ ਵਿੱਚੋਂ ਇੱਕ ਚੈਪਟਰ ਜਿਹੜਾ ਹੈ ਉਸ ਬੁੱਕ ਦਾ ਉਹ ਲਿਆ ਗਿਆ ਹੈ। Helen Keller was made blind and deaf through fever at the age of 19 months. ਹੈਲਨ ਕੈਲਰ ਜਦੋਂ 9 ਮਹੀਨਿਆਂ ਦੇ ਸੀ ਤਾਂ ਉਦੋਂ ਉਹਨਾਂ ਨੂੰ ਬੁਖਾਰ ਹੋ ਗਿਆ ਜਿਸ ਦੇ ਨਾਲ ਕਿ ਉਹ ਅੰਨੇ ਤੇ ਬੋਲੇ ਹੋ ਗਏ। Born in 1880 at a time when blind or deaf people were likely to be consigned to poor house or asylum, she went on to live a fuller and more adventurous life than many before or since. ਉਹਨਾਂ ਦਾ ਜਨਮ 1880 ਦੇ ਵਿੱਚ ਹੋਇਆ ਸੀ ਤੇ ਉਹ ਐਸਾ ਟਾਈਮ ਸੀ ਜਦੋਂ ਕਿ ਅੰਨੇ ਤੇ ਬੋਲਿਆਂ ਵਾਸਤੇ ਜਿਹੜੀ ਜਗ੍ਹਾ ਹੁੰਦੀ ਸੀ ਉਹ ਇੱਕ ਵੱਖਰੀ ਅਲੱਗ ਜਗ੍ਹਾ ਇੱਕ ਆਸ਼ਰਮ ਬਣਾਇਆ ਜਾਂਦਾ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ। ਪਰ ਹੈਲਨ ਕੈਲਰ ਨੇ ਆਪਣੀ ਜ਼ਿੰਦਗੀ ਨੂੰ ਭਰਪੂਰ ਜ਼ਿੰਦਗੀ ਬਣਾ ਕੇ ਮਾਣਿਆ ਔਰ ਆਮ ਨਾਲੋਂ ਵੀ ਜ਼ਿਆਦਾ ਐਡਵੈਂਚਰਸ ਲਾਈਫ ਜਿਹੜੀ ਸੀ। Despite being blind and deaf, it was clear that Helen had a remarkable gift for communication. ਭਾਵੇਂ ਉਹ ਅੰਨੇ ਤੇ ਬੋਲੇ ਹੋ ਗਏ ਸੀ ਲੇਕਿਨ ਉਹਨਾਂ ਦੇ ਵਿੱਚ ਜਿਹੜੀ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਇੱਕ ਗੱਲਬਾਤ ਕਰਨ ਦਾ ਆਪਣੀ ਗੱਲ ਨੂੰ ਦੂਸਰੇ ਤੱਕ ਪਹੁੰਚਾਉਣ ਦਾ ਜਿਹੜਾ ਇੱਕ ਸ਼ਾਨਦਾਰ ਗਿਫਟ ਪ੍ਰਮਾਤਮਾ ਵੱਲੋਂ ਮਿਲਿਆ ਸੀ। She learned to read and write braille. ਸੋ ਉਹਨਾਂ ਨੇ ਬ੍ਰੇਲ ਲਿਪੀ ਜਿਹੜੀ ਕਿ ਅੰਨੇ ਬੋਲਿਆਂ ਵਾਸਤੇ ਹੁੰਦੀ ਹੈ ਬ੍ਰੇਲ ਲਿਪੀ ਉਹ ਉਹਨਾਂ ਨੇ ਸਿੱਖੀ and to read lips by feeling the shapes and the vibrations formed by the people's mouth as they speak. ਸੋ ਉਹਨਾਂ ਨੇ ਲਿਪ ਰੀਡਿੰਗ ਕਰਨੀ ਵੀ ਸਿੱਖ ਲਈ। ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੀ ਹਵਾ ਦੇ ਵਿੱਚ ਜਿਹੜੀ ਕੰਪਨ ਪੈਦਾ ਹੁੰਦੀ ਹੈ ਉਸ ਤੋਂ ਉਹਨਾਂ ਨੇ ਕਿਸੇ ਦੀ ਗੱਲ ਨੂੰ ਸੁਣਨ ਦਾ ਤਰੀਕਾ ਸਿੱਖ ਲਿਆ ਸੀ। This form of lip reading Tadoma is one that is very difficult and few people ever manage to do successfully. ਬਹੁਤ ਔਖਾ ਹੁੰਦਾ ਹੈ ਕੰਮ ਲੇਕਿਨ ਉਹਨਾਂ ਨੇ ਇਹ ਸਿੱਖ ਲਿਆ। Annie Sullivan arrived at Keller's house in March 1887. ਜਦੋਂ 7 ਸਾਲਾਂ ਦੇ ਹੋਏ ਮਾਰਚ 1887 ਦੇ ਵਿੱਚ ਤਾਂ ਉਹਨਾਂ ਦੇ ਟੀਚਰ ਐਨੀ ਸੁਲੀਵਨ ਉਹਨਾਂ ਦੇ ਘਰ ਆਏ and immediately began to teach Helen to communicate by spelling words into her hand. ਤੇ ਉਹਨਾਂ ਹੈਲਨ ਕੈਲਰ ਦੇ ਹੱਥ ਤੇ ਸ਼ਬਦਾਂ ਦੇ ਜਿਹੜੇ ਸਪੈਲਿੰਗ ਸੀ ਉਹ ਲਿਖ ਕੇ ਉਹਨਾਂ ਨੂੰ ਹੈਲਨ ਕੈਲਰ ਨੂੰ ਉਸੇ ਵੇਲੇ ਸਿਖਾਉਣਾ ਸ਼ੁਰੂ ਕਰ ਦਿੱਤਾ। At the age of 22, Keller published her autobiography. 22 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖ ਕੇ ਪਬਲਿਸ਼ ਕਰਵਾ ਲਈ The Story of My Life with help from Sullivan and Sullivan's husband John Macy. ਸੋ ਇਸ ਕੰਮ ਵਿੱਚ ਉਹਨਾਂ ਦੀ ਹੈਲਪ ਉਹਨਾਂ ਦੀ ਟੀਚਰ ਮਿਸ ਸੁਲੀਵਨ ਤੇ ਉਹਨਾਂ ਦੇ ਹਸਬੈਂਡ ਜੌਨ ਮੇਸੀ ਨੇ ਕੀਤੀ। It recounts the story of her life up to the age of 21 and was written during her time in college. ਇਹ ਉਹਨਾਂ ਦੀ ਆਤਮ ਕਥਾ ਉਹਨਾਂ ਦੇ 21 ਸਾਲ ਦੀ ਉਮਰ ਤੱਕ ਦੀ ਹੈ ਤੇ ਜਦੋਂ ਕਾਲਜ ਵਿੱਚ ਪੜ੍ਹਦੇ ਸੀ ਤੇ ਉਸ ਵੇਲੇ ਉਹਨਾਂ ਨੇ ਲਿਖੀ। ਸੋ ਲੈਟਸ ਸਟਾਰਟ ਰੀਡਿੰਗ ਦ ਸਟੋਰੀ। The most important day I remember in all my life is the one on which my teacher Annie Mansfield Sullivan came to me. ਹੈਲਨ ਕੈਲਰ ਲਿਖ ਰਹੇ ਹਨ ਕਿ ਉਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਦਿਨ ਸੀ ਜਿਹੜਾ ਕਿ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਕਿ ਉਹ ਮੇਰੀ ਟੀਚਰ ਮੇਰੇ ਘਰ ਆਏ। I am filled with wonder when I consider the immeasurable contrasts between the two lives which it connects. ਸੋ ਮੈਂ ਇਹ ਸੋਚ ਕੇ ਬਹੁਤ ਹੈਰਾਨੀ ਨਾਲ ਭਰ ਜਾਂਦੀ ਹਾਂ ਕਿ ਦੋ ਜ਼ਿੰਦਗੀਆਂ ਨੂੰ ਉਹ ਜਿਨ੍ਹਾਂ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ ਉਹ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਜੁੜੀਆਂ। It was the 3rd of March 1887, 3 months before I was 7 years old. 3 ਮਾਰਚ 1887 ਦੀ ਗੱਲ ਹੈ ਤੇ ਮੈਂ ਉਦੋਂ 7 ਸਾਲ ਦੀ ਹੋਣ ਵਾਲੀ ਸੀ, 3 ਮਹੀਨੇ ਘੱਟ ਸੀ। On the afternoon of that eventful day, ਉਸ ਰੁਝੇਵਿਆਂ ਭਰੇ ਦਿਨ ਦੀ ਉਹ ਬਾਅਦ ਦੁਪਹਿਰ ਸੀ। I stood on the porch, dumb, expectant. ਤੇ ਮੈਂ ਪੋਰਚ ਵਿੱਚ ਖੜੀ ਸੀ ਬਿਲਕੁਲ ਜਿਵੇਂ ਗੂੰਗੀ
ਤੇ ਜਿਵੇਂ ਕਿਸੇ ਚੀਜ਼ ਦੀ ਆਸ ਲੈ ਕੇ ਉੱਥੇ ਖੜੀ ਸੀ। I guessed vaguely from my mother's signs and from the hurrying to and fro in the house that something unusual was about to happen. ਤੇ ਮੈਂ ਆਪਣੇ ਮਦਰ ਦੇ ਉਹਨਾਂ ਦੇ ਤੁਰਨ ਫਿਰਨ ਤੋਂ ਇਹ ਗੈਸ ਕੀਤਾ ਕਿ ਕੁਛ ਜਿਹੜਾ ਹੈ ਆਮ ਨਾਲੋਂ ਹਟ ਕੇ ਕੁਛ ਵਾਪਰਨ ਵਾਲਾ ਹੈ, unusual. So I went to the door and waited on the steps. ਤੇ ਇਸ ਕਰਕੇ ਮੈਂ ਦਰਵਾਜ਼ੇ ਤੱਕ ਗਈ ਤੇ ਉੱਥੇ ਪੌੜੀਆਂ ਦੇ ਵਿੱਚ ਬੈਠ ਕੇ ਜਾਂ ਖਲੋ ਕੇ ਵੇਟ ਕਰਨ ਲੱਗੀ ਕਿ ਕੁਛ ਕੀ ਹੋਏਗਾ, ਅੱਜ ਕੀ ਹੋਣ ਵਾਲਾ ਹੈ। The afternoon sun penetrated the mass of honeysuckle that covered the porch. ਬਾਅਦ ਦੁਪਹਿਰ ਦੇ ਵਿੱਚ ਸੂਰਜ ਦੀਆਂ ਕਿਰਨਾਂ ਹਨੀਸੱਕਲ ਦੀ ਜਿਹੜੀ ਉੱਥੇ ਵੇਲ ਲਟਕਦੀ ਪਈ ਸੀ, ਪੋਰਚ ਦੇ ਉੱਪਰੋਂ ਦੀ ਹਨੀਸੱਕਲ ਦੀ ਵੇਲ ਲਟਕ ਰਹੀ ਸੀ, ਉਹਦੇ ਵਿੱਚੋਂ ਦੀ ਸੂਰਜ ਦੀਆਂ ਕਿਰਨਾਂ ਆ ਰਹੀਆਂ ਸੀ। ਐਂਡ ਫੈਲ ਔਨ ਮਾਈ ਅਪਟਰਨਡ ਫੇਸ, ਤੇ ਮੈਂ ਆਪਣਾ ਮੂੰਹ ਜਿਹੜਾ ਉੱਪਰ ਨੂੰ ਕੀਤਾ ਹੋਇਆ ਸੀ ਉਹਦੇ ਉੱਤੇ ਪੈ ਰਹੀਆਂ ਸੀ। ਮਾਈ ਫਿੰਗਰਸ ਲਿੰਗਰਡ ਆਲਮੋਸਟ ਅਨਕੌਂਸ਼ੀਅਸਲੀ ਔਨ ਦ ਫੈਮੀਲੀਅਰ ਲੀਵਸ ਐਂਡ ਬਲੌਸਮਸ which had just come forth to greet the sweet southern spring. ਤੇ ਮੇਰੀਆਂ ਉਂਗਲਾਂ ਅਨਕੌਂਸ਼ੀਅਸਲੀ ਮਤਲਬ ਅਚੇਤ ਮਨ ਦੇ ਨਾਲ, ਅਚੇਤ ਅਵਸਥਾ ਦੇ ਵਿੱਚ ਉਹਨਾਂ ਪੱਤਿਆਂ ਤੇ ਜਿਹੜੇ ਉਹਨਾਂ ਤੇ ਹੁਣੇ ਫੁੱਲ ਆਏ ਸੀ, ਕਿਉਂਕਿ ਸਦਰਨ ਸਪਰਿੰਗ ਦੀ ਰੁੱਤ ਆ ਰਹੀ ਸੀ, ਉਹਦਾ ਵੈਲਕਮ ਕਰਨ ਵਾਸਤੇ ਉਹਦੇ ਜਿਹੜੇ ਫੁੱਲ ਆਏ ਸੀ ਉਹਨਾਂ ਦੇ ਉੱਤੇ ਮੇਰੀਆਂ ਉਂਗਲਾਂ ਚੱਲ ਰਹੀਆਂ ਸੀ। I did not know what the future held of marvel or surprise for me. ਮੈਨੂੰ ਨਹੀਂ ਸੀ ਪਤਾ ਕਿ ਫਿਊਚਰ ਨੇ, ਭਵਿੱਖ ਨੇ ਮੇਰੇ ਵਾਸਤੇ ਕੀ ਕੋਈ ਸਰਪ੍ਰਾਈਜ਼, ਜਿਹੜਾ ਕੋਈ ਗੁੱਝਾ ਭੇਤ ਮੇਰੇ ਵਾਸਤੇ ਲੁਕਾ ਕੇ ਰੱਖਿਆ ਹੈ। Anger and bitterness had preyed upon me continually for weeks. ਕਈ ਹਫ਼ਤਿਆਂ ਤੋਂ ਮੇਰੇ ਅੰਦਰ ਗੁੱਸਾ ਔਰ ਕੁੜੱਤਣ ਜਿਹੜੀ ਸੀ ਉਹ ਭਰੀ ਜਾ ਰਹੀ ਸੀ। And deep languor had succeeded this passionate struggle. ਜਿਹੜਾ ਕਿ ਮੇਰੇ ਅੰਦਰ ਬਹੁਤ ਇੱਕ ਸ਼ਕਤੀਸ਼ਾਲੀ ਸੰਘਰਸ਼ ਪੈਦਾ ਹੋ ਰਿਹਾ ਸੀ, ਉਸ ਨੂੰ ਜਿੱਤਣ ਦੀ ਜਿਹੜੀ ਮੇਰੀ ਕੋਸ਼ਿਸ਼ ਸੀ ਉਹ ਮੇਰੇ ਅੰਦਰ ਬਹੁਤ ਕਰ ਚੁੱਕੀ ਸੀ। Have you ever been at sea in dense fog? ਹੈਲਨ ਕੈਲਰ ਪੁੱਛ ਰਿਹਾ ਹੈ ਕਿ ਕੀ ਕਦੀ ਤੁਸੀਂ ਕਿਸੇ ਸਮੁੰਦਰ ਦੇ ਕਿਨਾਰੇ ਤੇ ਗਏ ਹੋ ਜਦੋਂ ਕਿ ਬਹੁਤ ਸੰਘਣੀ ਧੁੰਦ ਪਈ ਹੋਵੇ। When it seemed as if a tangible white darkness shut you in. ਤੇ ਜਦੋਂ ਕਦੀ ਇਸ ਤਰ੍ਹਾਂ ਲੱਗਦਾ ਹੋਵੇ ਕਿ ਬਹੁਤ ਹਨੇਰੇ ਨੇ, ਜਿਹੜਾ ਕਿ ਇੰਨਾ ਗੂੜਾ ਹਨੇਰਾ ਹੈ ਕਿ ਜਿਸ ਨੂੰ ਤੁਸੀਂ ਪਕੜ ਸਕਦੇ ਹੋ, ਉਸ ਨੇ ਆਪਣੇ ਆਪ ਤੁਹਾਨੂੰ ਆਪਣੇ ਅੰਦਰ ਕਾਬੂ ਕਰ ਲਿਆ, ਬੰਦ ਕਰ ਲਿਆ। ਐਂਡ ਦ ਗ੍ਰੇਟ ਸ਼ਿਪ ਟੈਂਸ ਐਂਡ ਐਂਕਸ਼ੀਅਸ, ਤੇ ਇੱਕ ਵੱਡਾ ਜਹਾਜ਼ ਜਿਹੜਾ ਕਿ ਬਹੁਤ ਚਿੰਤਾ ਦੇ ਵਿੱਚ ਹੈ, ਉਤਸੁਕ ਹੈ, ਕਾਲਾ ਹੈ, ਕਿ ਗ੍ਰੋਪਡ ਹਰ ਵੇ ਟੂਵਰਡਸ ਦ ਸ਼ੋਰ ਵਿਦ ਪੰਪਟ ਐਂਡ ਸਾਊਂਡਿੰਗ ਲਾਈਨ, ਤੇ ਉਹ ਕਾਹਲੀ ਨਾਲ, ਉਤਸੁਕਤਾ ਦੇ ਨਾਲ ਉਸ ਹਨੇਰੇ ਨੂੰ ਚੀਰਦਾ ਹੋਇਆ ਆਪਣੇ ਕਿਨਾਰੇ ਤੇ ਲੱਗਣਾ ਚਾਹੁੰਦਾ ਹੈ, ਵਿਸਲਾ ਮਾਰਦਾ ਹੋਇਆ, ਅਲਾਰਮ ਦਿੰਦਾ ਹੋਇਆ। ਐਂਡ ਯੂ ਵੇਟਿਡ ਵਿਦ ਬੀਟਿੰਗ ਹਾਰਟ ਫॉर ਸਮਥਿੰਗ ਟੂ ਹੈਪਨ, ਤੇ ਤੁਸੀਂ ਧੜਕਦੇ ਹੋਏ ਦਿਲ ਦੇ ਨਾਲ ਕੁਛ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੁੰਦੇ ਹੋ। I was like that ship. ਉਸ ਸ਼ਿਪ ਵਰਗੀ ਮੇਰੀ ਹਾਲਤ ਸੀ। Before my education began, only I was without compass or sounding line. ਮੇਰੀ ਪੜ੍ਹਾਈ ਜਦੋਂ ਸ਼ੁਰੂ ਨਹੀਂ ਸੀ ਹੋਈ ਉਦੋਂ ਤੱਕ ਮੈਂ ਇਸ ਤਰ੍ਹਾਂ ਉਸ ਜਹਾਜ਼ ਵਰਗੀ ਸੀ ਜਿਹਦੇ ਕੋਲ ਕੋਈ ਕੰਪਸ ਨਹੀਂ ਹੈ, ਦਿਸ਼ਾ ਸੂਚਕ ਜੰਤਰ ਜਿਹੜਾ ਹੁੰਦਾ ਕੰਪਸ, ਉਹ ਨਹੀਂ ਸੀ ਜਿਹਦੇ ਨਾਲ ਦਿਸ਼ਾ ਪਤਾ ਲੱਗਦੀ। ਭਟਕਦੀ ਹੋਈ ਮੇਰੀ ਜ਼ਿੰਦਗੀ ਸੀ, ਨਾ ਕੋਈ ਨੂੰ ਕੋਈ ਸਿਗਨਲ ਦੇਣ ਵਾਲੀ ਕੋਈ ਚੀਜ਼ ਸੀ। ਐਂਡ ਹੈਡ no way of knowing how near the harbor was. ਮੇਰੇ ਕੋਲ ਪਤਾ ਲਾਉਣ ਵਾਲੀ ਕੋਈ ਚੀਜ਼ ਨਹੀਂ ਸੀ ਕਿ ਕਿਨਾਰਾ ਕਿੰਨੀ ਦੂਰ ਹੈ। Light, give me light was the wordless cry of my soul. ਮੇਰੀ ਅੰਤਰ ਆਤਮਾ ਦੀ ਇਹ ਸ਼ਬਦਾਂ ਤੋਂ ਬਿਨਾਂ ਇੱਕ ਪੁਕਾਰ ਸੀ ਕਿ ਹੇ ਪਰਮਾਤਮਾ ਮੈਨੂੰ ਰੋਸ਼ਨੀ ਦਿਖਾ। And the light of love shone on me that very hour. ਤੇ ਮੇਰੇ ਅੰਦਰੋਂ ਜਦੋਂ ਇਹ ਬਿਨ ਸ਼ਬਦਾਂ ਦੀ ਇਹ ਆਵਾਜ਼, ਅਰਦਾਸ ਨਿਕਲੀ, ਪ੍ਰਾਰਥਨਾ ਨਿਕਲੀ, ਤਾਂ ਉਸੇ ਵੇਲੇ, ਉਸੇ ਘੰਟੇ ਦੇ ਵਿੱਚ ਅੰਦਰ ਮੇਰੇ ਉੱਤੇ ਜਿਵੇਂ ਪਿਆਰ ਦੀ ਰੋਸ਼ਨੀ ਚਮਕ ਪਈ। I felt approaching footsteps. ਮੈਂ ਮਹਿਸੂਸ ਕੀਤਾ ਕਿ ਕੋਈ ਕਦਮ ਜਿਹੜੇ ਨੇ ਉਹ ਆ ਰਹੇ ਨੇ। I stretched out my hand as I supposed to my mother. ਤਾਂ ਮੈਂ ਸਮਝਿਆ, ਇਹ ਸਪੋਜ਼ ਕੀਤਾ, ਇਹ ਮੰਨਿਆ ਕਿ ਮੇਰੀ ਮੰਮਾ ਹੋਣਗੇ, ਔਰ ਮੈਂ ਹੱਥ ਅੱਗੇ ਨੂੰ ਕੀਤੇ। Someone took it. ਕਿਸੇ ਨੇ ਇਹਨਾਂ ਨੂੰ ਪਕੜ ਲਿਆ। And I was caught up and had
close in the arms of her who had come to reveal all things to me। और अपनियां बाहां दे विच घुट लिया उस शख्सियत ने, उस औरत ने जिहड़ी कि मैनू जिंदगी दे मायने दिखाउण आई सी। एंड मोर देन ऑल थिंग्स एल्स टू लव मी। ते सारियां चीज़ां नालों महत्वपूर्ण गल ये सी कि वो मैनू प्यार करन आई सी। द मॉर्निंग आफ्टर माई टीचर came, she led me into her room। ਤਾਂ जिस दिन मेरे टीचर आए उस तो अगली सवेर ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ and gave me a doll। ਤੇ ਮੈਨੂੰ ਇੱਕ ਗੁੜੀਆ ਡਾਲ ਦਿੱਤੀ। The little blind children at the Perkins Institution had sent it and Laura Bridgman had dressed it। Perkins Institution ਦੇ ਅੰਨੇ ਬੱਚਿਆਂ ਨੇ ਇਸ ਨੂੰ ਬਣਾਇਆ ਸੀ ਡਾਲ ਨੂੰ ਤੇ ਲੌਰਾ ਬ੍ਰਿਜਮੈਨ ਨੇ ਇਸ ਨੂੰ ਡਰੈਸ ਕੀਤਾ ਸੀ, ਇਹਦੇ ਕੱਪੜੇ ਵਗੈਰਾ ਬਣਾਏ ਔਰ ਪਾਏ ਸੀ। But I did not know this until afterwards। लेकिन मैनू इन्हां गल्लां दा इस वेले तक पता नहीं सी। When I had played with it a little while, Miss Sullivan slowly spelled into my hand the word doll, D-O-L-L। ਜਦੋਂ ਮੈਂ ਉਸ ਡਾਲ ਦੇ ਨਾਲ ਥੋੜੀ ਦੇਰ ਖੇਡ ਲਿਆ ਤਾਂ ਮਿਸ ਸੁਲੀਵਨ ਨੇ ਹੌਲੀ-ਹੌਲੀ ਮੇਰੇ ਹੱਥ ਦੇ ਉੱਤੇ D-O-L-L ਲਿਖ ਦਿੱਤਾ। I was at once interested in this finger play। ਉਸੇ ਵੇਲੇ ਮੈਨੂੰ ਇਸ ਫਿੰਗਰ ਪਲੇ ਜਿਹੜੀ ਇਹ ਉਂਗਲਾਂ ਦੀ ਖੇਡ ਸੀ ਇਹਦੇ ਵਿੱਚ ਦਿਲਚਸਪੀ ਪੈਦਾ ਹੋਈ। ਐਂਡ ਆਈ ਟਰਾਈ ਟੂ ਇਮੀਟੇਟ ਇਟ। ਤੇ ਮੈਂ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਇਮੀਟੇਟ ਨਕਲ ਕਰਨਾ। ਵੈਨ ਆਈ ਫਾਈਨਲੀ ਸਕਸੀਡਡ ਇਨ ਮੇਕਿੰਗ ਦ ਲੈਟਰਸ ਕਰੈਕਟਲੀ। ਤੇ ਅਖੀਰ ਵਿੱਚ ਮੈਂ ਉਹ ਲੈਟਰਸ ਜਿਸ ਤਰ੍ਹਾਂ ਦੇ ਸ਼ਬਦ, ਜਿਸ ਤਰ੍ਹਾਂ ਦੇ ਅੱਖਰ ਟੀਚਰ ਨੇ ਪਾਏ ਸੀ ਮੈਂ ਬਿਲਕੁਲ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਪਾਉਣਾ ਸਿੱਖ ਲਈ। ਮੈਂ ਉਹਦੇ 'ਚ ਕਾਮਯਾਬ ਹੋ ਗਈ। I was flushed with the childish pleasure and pride। ਤਾਂ ਮੇਰੇ ਵਿੱਚ ਜਿਵੇਂ ਬੱਚਿਆਂ ਦੇ ਵਿੱਚ ਖੁਸ਼ੀ ਔਰ ਮਾਣ ਪੈਦਾ ਹੋ ਜਾਂਦਾ ਨਾ, ਮੇਰੇ ਵਿੱਚ ਵੀ ਉਹ ਮਾਣ ਔਰ ਖੁਸ਼ੀ ਭਰ ਗਈ। Running downstairs to my mother। ਦੌੜਦੀ ਮੈਂ ਪੌੜੀਆਂ ਉੱਤਰ ਕੇ ਆਪਣੀ ਮੰਮੀ ਕੋਲ ਗਈ। ਐਂਡ ਆਈ ਹੈਲਡ ਅਪ ਮਾਈ ਹੈਂਡ। ਮੈਂ ਆਪਣਾ ਹੱਥ ਕਰਕੇ ਦਿਖਾਇਆ ਐਂਡ ਮੇਡ ਦ ਲੈਟਰਸ ਫॉर ਡॉल। ਤੇ ਉਸ ਹੱਥ ਦੇ ਉੱਤੇ ਡॉल ਦੇ ਲੈਟਰਸ ਲਿਖ ਕੇ ਦਿਖਾਏ। I did not know that I was spelling a word or even that words existed। ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿਸੇ ਸ਼ਬਦ ਦੇ ਸਪੈਲਿੰਗਸ ਲਿਖ ਰਹੀ ਹਾਂ ਕਿ ਇੱਥੋਂ ਤੱਕ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਕੋਈ ਵਰਡਸ, ਕੋਈ ਸ਼ਬਦਾਂ ਦੀ ਹੋਂਦ ਵੀ ਹੈ। ਮੈਂ ਸਿਰਫ ਉਹ ਕਰਨਾ ਸਿੱਖ ਲਿਆ ਜਿਵੇਂ ਟੀਚਰ ਨੇ ਕਰਕੇ ਮੈਨੂੰ ਦਿਖਾਇਆ। ਤਾਂ ਮੈਨੂੰ ਉਹਦੇ ਨਾਲ ਹੀ ਇੰਨੀ ਜ਼ਿਆਦਾ ਖੁਸ਼ੀ ਹੋਈ। I was simply making my fingers go in monkey like imitation। ਤੇ ਮੈਂ ਤਾਂ ਸਿਰਫ ਸਧਾਰਨ ਜਿਹੇ ਤਰੀਕੇ ਦੇ ਨਾਲ ਮੈਂ ਸਿਰਫ ਇਹ ਕਰ ਰਹੀ ਸੀ ਕਿ ਜਿਵੇਂ ਬਾਂਦਰ ਨਕਲ ਲਾਉਂਦਾ, ਬਾਂਦਰਾਂ ਵਾਂਗ ਮੈਂ ਸਿਰਫ ਨਕਲ ਲਾਉਣੀ ਸਿੱਖੀ ਸੀ। In the day that followed, ਤਾਂ ਉਸ ਤੋਂ ਅਗਲੇ ਦਿਨ I learned to spell in this uncomprehending way of a great many words। ਤਾਂ ਇਸ ਤਰੀਕੇ ਨਾਲ ਮੈਂ ਬਹੁਤ ਸਾਰੇ ਹੋਰ ਕਈ ਸ਼ਬਦਾਂ ਨੂੰ ਸਪੈਲਿੰਗ ਕਰਨਾ ਸਿੱਖ ਲਿਆ। Among them pin, hat, cup and a few verbs like sit, stand and walk। But my teacher had been with me several weeks before I understood that everything has a name। लेकिन मेरी टीचर ਮੇਰੇ ਨਾਲ ਕਈ ਹਫ਼ਤੇ ਰਹੀ, ਇਹ ਮੈਨੂੰ ਸਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਕਿ ਹਰ ਇੱਕ ਵਸਤੂ ਦਾ ਕੋਈ ਨਾਮ ਹੁੰਦਾ ਹੈ, ਹਰ ਚੀਜ਼ ਦਾ ਕੋਈ ਨਾਮ ਹੁੰਦਾ ਹੈ। One day, while I was playing with my new doll, Miss Sullivan put my big rag doll into my lap and also spelled D-O-L-L। ਇੱਕ ਦਿਨ ਮੈਂ ਜਦੋਂ ਆਪਣੀ ਨਵੀਂ ਡਾਲ ਨਾਲ ਖੇਡ ਰਹੀ ਸੀ ਤਾਂ ਮਿਸ ਸੁਲੀਵਨ ਨੇ ਇੱਕ ਵੱਡੀ ਸਾਰੀ ਜਿਹੜੀ ਕਿ ਪੁਰਾਣੇ ਕੱਪੜਿਆਂ ਦੀ ਡਾਲ, ਵੱਡੀ ਸਾਰੀ ਡਾਲ ਸੀ, ਉਹ ਮੇਰੀ ਗੋਦੀ ਵਿੱਚ ਰੱਖੀ ਤੇ ਮੇਰੇ ਹੱਥ ਤੇ ਦੁਬਾਰਾ D-O-L-L ਲਿਖ ਦਿੱਤਾ। And tried to make me understand the doll applied to both। ਤੇ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ D-O-L-L ਜਿਹੜਾ ਇਹ ਉਹਨਾਂ ਦੋਨਾਂ ਚੀਜ਼ਾਂ ਵਾਸਤੇ ਹੈ, ਜਿਹੜੀ ਨਵੀਂ ਡਾਲ ਸੀ ਉਹਦੇ ਲਈ ਔਰ ਇਹ ਜਿਹੜੀ ਬਿਗ ਰੈਗ ਡਾਲ ਸੀ ਇਹਦੇ ਵਾਸਤੇ, ਇਹਨਾਂ ਦੋਨਾਂ ਵਾਸਤੇ D-O-L-L ਅਪਲਾਈ ਹੁੰਦਾ ਹੈ। Earlier in the way we had a tussle over the words mug and water। ਉਸੇ ਦਿਨ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਸਾਡੀ ਇੱਕ ਦੂਸਰੇ ਨਾਲ ਇਹ ਝਗੜਾ ਹੋ ਗਿਆ ਸੀ ਇਹ ਦੋ ਵਰਡਸ ਤੋਂ, ਮੱਗ ਤੇ ਵਾਟਰ ਤੋਂ। Miss Sullivan had tried to impress it upon me that mug is mug and water is water।
ਮਿਸ ਸੁਲੀਵਨ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮੱਗ ਮੱਗ ਹੁੰਦਾ ਹੈ ਔਰ ਵਾਟਰ ਵਾਟਰ ਹੁੰਦਾ ਹੈ, ਬਟ ਆਈ ਪਰਸਿਸਟਡ ਇਨ ਕਨਫਾਊਂਡਿੰਗ ਦ ਟੂ। ਲੇਕਿਨ ਮੈਂ ਉਹਨਾਂ ਦੋਨਾਂ 'ਚ ਅੰਤਰ ਨਹੀਂ ਸੀ ਕਰ ਪਾ ਰਹੀ। ਇਨ ਡੈਸਪੇਅਰ ਸ਼ੀ ਹੈਡ ਡ੍ਰੌਪਡ ਦ ਸਬਜੈਕਟ ਫॉर ਦ ਟਾਈਮ। ਕੁਛ ਨਿਰਾਸ਼ਾ ਦੇ ਵਿੱਚ ਉਸਨੇ, ਮੇਰੀ ਟੀਚਰ ਨੇ, ਫਿਰ ਇਸ ਵਿਸ਼ੇ ਨੂੰ ਕੁਛ ਦੇਰ ਲਈ ਉੱਥੇ ਹੀ ਛੱਡ ਦਿੱਤਾ। ਓਨਲੀ ਟੂ ਰੀਨਿਊ ਇਟ ਐਟ ਦ ਫਰਸਟ ਓਪਰਚੁਨਿਟੀ। ਸਿਰਫ ਇਸ ਕਰਕੇ ਛੱਡਿਆ ਕਿ ਥੋੜ੍ਹੀ ਦੇਰ ਬਾਅਦ ਦੁਬਾਰਾ ਇੱਕ ਕੋਸ਼ਿਸ਼ ਕੀਤੀ ਜਾਏਗੀ, ਨਵੇਂ ਮੌਕੇ ਤੇ, ਨਵੇਂ ਟਾਈਮ ਤੇ। I became impatient at her repeated attempts। ਉਹ ਜਦੋਂ ਬਾਰ-ਬਾਰ ਮੈਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮੈਂ ਖਿਝ ਗਈ, ਬੇਸਬਰੀ ਹੋ ਗਈ। ਐਂਡ ਸੀਜ਼ਿੰਗ ਦ ਨਿਊ ਡੋਲ, ਮੈਂ ਨਵੀਂ ਡੋਲ ਨੂੰ ਖੋ ਕੇ I dashed it upon the floor। ਉਸਨੂੰ ਝਪਟ ਕੇ ਫਰਸ਼ ਤੇ ਦੇ ਮਾਰਿਆ। I was keenly delighted when I felt the fragments of the broken doll at my feet। ਤੇ ਮੈਂ ਬਹੁਤ ਖੁਸ਼ ਹੋਈ, keenly delighted, ਬਹੁਤ ਖੁਸ਼ ਹੋਈ ਜਦੋਂ ਮੈਂ ਮਹਿਸੂਸ ਕੀਤਾ ਕਿ ਉਸ ਟੁੱਟੀ ਹੋਈ ਡੋਲ ਦੇ ਟੁਕੜੇ ਮੇਰੇ ਪੈਰਾਂ ਵਿੱਚ ਖਿਲਰੇ ਹੋਏ ਸਨ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਮਿਲੀ। Neither sorrow nor regret followed my passionate outburst। ਮੈਨੂੰ ਇਸ ਜਿਹੜਾ ਮੇਰਾ ਗੁੱਸਾ ਸੀ, ਬਹੁਤ ਹੱਦ ਤੱਕ ਜਿਹੜਾ ਮੇਰੇ ਅੰਦਰ ਗੁੱਸਾ ਭਰਿਆ ਹੋਇਆ ਸੀ, ਉਹਦੇ ਪ੍ਰਤੀ ਮੇਰੇ ਮਨ ਵਿੱਚ ਕੋਈ ਅਫਸੋਸ ਨਹੀਂ ਸੀ, ਕੋਈ ਪਛਤਾਵਾ ਨਹੀਂ ਸੀ। ਸੌਰੋ, ਅਫਸੋਸ, ਰਿਗਰੈਟ, ਪਛਤਾਵਾ। I had not loved the doll। ਮੈਂ ਉਸ ਡੋਲ ਨੂੰ ਪਿਆਰ ਨਹੀਂ ਸੀ ਕਰਦੀ। In the still dark world in which I lived, there was no strong sentiment of tenderness। ਜਿਸ ਹਨੇਰੀ ਦੁਨੀਆ ਦੇ ਵਿੱਚ ਮੈਂ ਰਹਿੰਦੀ ਸੀ, ਉੱਥੇ ਕੋਮਲਤਾ ਵਾਲੀਆਂ ਭਾਵਨਾਵਾਂ ਦੀ ਕੋਈ ਜਗ੍ਹਾ ਨਹੀਂ ਸੀ। I felt my teacher sweep the fragments to one side of the hearth। ਤਾਂ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਟੀਚਰ ਉਹਨਾਂ ਸਾਰੇ ਖਿਲਰੇ ਹੋਏ ਟੁਕੜਿਆਂ ਨੂੰ ਸੰਭਾਲ ਰਹੇ ਸੀ, ਝਾੜੂ ਨਾਲ ਇੱਕ ਸਾਈਡ ਤੇ ਇਕੱਠੇ ਕਰ ਰਹੇ ਸੀ ਤੇ ਉਹਦਾ ਢੇਰ ਬਣਾ ਰਹੇ ਸੀ। And I had a sense of satisfaction। ਤੇ ਮੈਨੂੰ ਬੜੀ ਸੰਤੁਸ਼ਟੀ ਹੋਈ that the cause of my discomfort was removed। ਕਿਸ ਗੱਲ ਕਰਕੇ ਮੈਨੂੰ ਸੰਤੁਸ਼ਟੀ ਹੋਈ? ਕਿਉਂਕਿ ਮੈਨੂੰ ਇੰਝ ਲੱਗਿਆ ਕਿ ਜਿਹੜੀ ਗੱਲ ਮੈਨੂੰ ਦੁਖੀ ਕਰ ਰਹੀ ਸੀ, ਬੇਅਰਾਮੀ ਜਿਹੜੀ ਚੀਜ਼ ਦੇ ਰਹੀ ਸੀ, ਡਿਸਕੰਫਰਟ ਦੇ ਰਹੀ ਸੀ ਡੋਲ, ਉਸਨੂੰ ਮੈਂ ਖਤਮ ਹੀ ਕਰ ਦਿੱਤਾ, ਉਸਨੂੰ ਮੈਂ ਆਪਣੇ ਰਸਤੇ ਚੋਂ ਹਟਾ ਹੀ ਦਿੱਤਾ। She bought me my hat। ਫਿਰ ਉਹ ਮੇਰਾ ਹੈਟ ਲੈ ਕੇ ਆਏ। And I knew I was going out into the warm sunshine। ਤੇ ਮੈਨੂੰ ਉਸ ਗੱਲ ਤੋਂ ਪਤਾ ਲੱਗ ਗਿਆ ਕਿ ਹੁਣ ਮੈਨੂੰ ਬਾਹਰ ਨਿੱਘੀ ਧੁੱਪ ਵਿੱਚ ਲੈ ਜਾਇਆ ਜਾ ਰਿਹਾ। This thought, if a worldless sensation may be called a thought, made me hop and skip with pleasure। ਜਿਹੜੀ ਇਹ ਵਿਚਾਰ ਸੀ, ਜਿਹੜੀ ਕਿ ਮੇਰੇ ਬਿਨ ਸ਼ਬਦਾਂ ਦੀ ਇਹ ਸੈਂਸੇਸ਼ਨ ਸੀਗੀਆਂ, ਉਹਨਾਂ ਨੇ ਮੇਰੇ ਅੰਦਰ ਬਹੁਤ ਖੁਸ਼ੀ ਭਰ ਦਿੱਤੀ ਤੇ ਮੈਂ ਉਸ ਖੁਸ਼ੀ ਨਾਲ ਉਛਲ ਕੁੱਦਣ ਲੱਗ ਗਈ। So we walked down the path to the well house। So ਅਸੀਂ ਖੂਹ ਵਾਲਾ ਜਿਹੜਾ ਇੱਕ ਘਰ ਸੀ, ਕਮਰਾ ਸੀ, ਉੱਥੇ ਗਏ। Attracted by the fragrance of the honeysuckle with which it was covered। ਉਸ ਰਸਤੇ, ਸਾਰੇ ਰਸਤੇ ਤੇ ਉਹ honeysuckle ਦੀ ਵੇਲ ਜਿਹੜੀ ਸੀ ਉਹ ਆਪਣੀਆਂ ਮਹਿਕਾਂ ਖਿਲਾਰ ਰਹੀ ਸੀ ਤੇ ਮੈਨੂੰ ਬਹੁਤ ਚੰਗੀ ਲੱਗ ਰਹੀ ਸੀ। Someone was drawing water and my teacher placed my hand under the spout। ਤਾਂ ਉਸ ਖੂਹ ਦੇ ਵਿੱਚੋਂ ਕੋਈ ਵਿਅਕਤੀ ਪਾਣੀ ਕੱਢ ਰਿਹਾ ਸੀ, ਖਿੱਚ ਰਿਹਾ ਸੀ ਤੇ ਮੇਰੇ ਟੀਚਰ ਨੇ ਮੇਰਾ ਹੱਥ ਉਸ ਵਗਦੇ ਹੋਏ ਪਾਣੀ ਦੇ ਨੀਚੇ ਕਰ ਦਿੱਤਾ। As the cool stream gushed over one hand, she spelled into the other the word water। ਜਿਵੇਂ ਹੀ ਮੇਰੇ ਹੱਥ ਦੇ ਉੱਤੇ ਉਹ ਠੰਡੀ ਜਿਹੀ ਸਟਰੀਮ, ਜਿਹੜੀ ਉਹ ਪਾਣੀ ਦੀ ਧਾਰ ਜਿਹੜੀ ਸੀ ਉਹ ਮੇਰੇ ਹੱਥ ਤੇ ਪਈ, ਤਾਂ ਉਸਨੇ ਮੇਰੇ ਦੂਸਰੇ ਹੱਥ ਦੇ ਉੱਤੇ ਸ਼ਬਦ ਵਾਟਰ ਉਹ ਲਿਖ ਦਿੱਤਾ। ਫਰਸਟ ਸਲੋਲੀ ਦੈਨ ਰੈਪਿਡਲੀ। ਪਹਿਲਾਂ ਹੌਲੀ ਹੌਲੀ ਲਿਖਿਆ ਔਰ ਫਿਰ ਤੇਜ਼ੀ ਨਾਲ। I stood still। ਮੈਂ ਸ਼ਾਂਤ ਖੜੀ ਸੀ। My whole attention fixed upon the motions of her fingers। ਮੇਰਾ ਸਾਰਾ ਧਿਆਨ ਮੇਰੇ ਟੀਚਰ ਦੀਆਂ ਜਿਹੜੀਆਂ ਉਂਗਲਾਂ ਦੀ ਮੋਸ਼ਨ ਸੀ, ਗਤੀ ਸੀ, ਉਹਦੇ ਵੱਲ ਸੀ। Suddenly I felt a misty consciousness as of something forgotten। ਤੇ ਅਚਾਨਕ ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਇੱਕ ਚੇਤਨਾ ਉਤਪੰਨ ਹੋ ਗਈ ਹੈ, ਮੇਰੇ ਅੰਦਰ ਕਿਸੇ ਗੱਲ ਦੀ ਸਮਝ ਆ ਗਈ ਹੋਵੇ, ਜਿਵੇਂ ਸੁਚੇਤ ਹੋ ਗਈ ਹੋਵਾਂ ਮੈਂ ਕਿਸੇ ਗੱਲ ਪ੍ਰਤੀ, ਜਿਵੇਂ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। A thrill of returning thought। ਤੇ ਜਿਵੇਂ ਮੈਨੂੰ ਕੋਈ ਚੀਜ਼ ਯਾਦ ਆ ਗਈ ਹੋਵੇ, ਉਹਦੀ ਇੱਕ ਉਹਨੂੰ ਯਾਦ ਕਰਕੇ ਮੈਂ ਖੁਸ਼ ਹੋ ਗਈ। And somehow the mystery of language was revealed to me। ਤੇ ਇਸ ਤਰੀਕੇ ਨਾਲ ਮੇਰੇ ਉੱਤੇ ਜਿਹੜੇ ਭਾਸ਼ਾ ਦੀ ਜਿਹੜੀ ਮਿਸਟਰੀ ਸੀ, ਰਹੱਸ ਸੀ,
ਮਿਸਟਰੀ ਆਫ ਲੈਂਗੁਏਜ ਉਹ ਖੁੱਲ ਗਿਆ ਉਸ ਦਿਨ। I knew then that water, मैं जानन लग गई, मैनू ये पता लग गया कि water meant the wonderful cool something that was flowing over my hand, कि पानी एक अजिही वो अद्भुत ठंडी ठंडी वगदी हुई वो वस्तु है, पानी है जिहड़ा कि मेरे हत्थ दे उत्तों दी वग रिहा सी। That living word awakening my soul, gave it light, hope, joy, set it free. इस ਜਿਉਂਦੇ ਹੋਏ ਵਰਡ ਨੇ, ਜਿਵੇਂ ਸ਼ਬਦ ਨੇ, ਮੇਰੀ ਆਤਮਾ ਨੂੰ ਜਗਾ ਦਿੱਤਾ, ਤਾਂ ਮੈਨੂੰ ਰੋਸ਼ਨੀ ਦਿੱਤੀ, ਆਸ, ਖੁਸ਼ੀ ਦਿੱਤੀ, ਜਿਵੇਂ ਮੇਰੀ ਆਤਮਾ ਨੂੰ ਬੰਧਨਾਂ ਤੋਂ ਛੁਟਕਾਰਾ ਮਿਲ ਗਿਆ, ਆਜ਼ਾਦ ਹੋ ਗਈ ਮੇਰੀ ਆਤਮਾ। There were barriers still, ਅਜੇ ਵੀ ਕੁਝ ਅੜਚਣਾਂ ਸਨ, it is true, but barriers that could in time be swept away. ਉਹ ਬੈਰੀਅਰ, ਉਹ ਰੁਕਾਵਟਾਂ, ਬੈਰੀਅਰ ਮਤਲਬ ਰੁਕਾਵਟਾਂ, ਉਹ ਰੁਕਾਵਟਾਂ ਤਾਂ ਸਨ, ਲੇਕਿਨ ਉਹ ਸਮੇਂ ਦੇ ਨਾਲ ਨਾਲ ਉਹ ਵੀ ਆਪੇ ਬਹਿ ਜਾਣੇ ਸਨ। I left the well house eager to learn, ਤਾਂ ਉਸ ਦਿਨ ਫਿਰ ਮੈਂ ਜਦੋਂ ਉਸ ਵੈਲ ਹਾਊਸ ਤੋਂ ਵਾਪਸ ਆਈ, ਖੂਹ ਤੋਂ ਵਾਪਸ ਆਈ, ਤਾਂ ਮੈਂ ਬਹੁਤ ਉਤਸੁਕ ਸੀ। Everything had a name, ਹਰ ਵਸਤੂ ਦਾ ਇੱਕ ਨਾਮ ਹੁੰਦਾ ਹੈ, and each name gave birth to a new thought, ਤੇ ਹਰ ਨਾਮ ਇੱਕ ਨਵੇਂ ਵਿਚਾਰ ਨੂੰ ਜਨਮ ਦਿੰਦਾ ਹੈ। As we returned to the house, ਜਦੋਂ ਹੀ ਅਸੀਂ ਘਰ ਪਹੁੰਚੇ, every object, ਹਰ ਵਸਤੂ which I touched, ਜਿਸ ਨੂੰ ਮੈਂ ਛੂੰਹਦੀ ਸੀ, seemed to quiver with life, ਇੰਝ ਜਾਪਦਾ ਜਿਵੇਂ ਉਸ ਦੇ ਵਿੱਚ ਜ਼ਿੰਦਗੀ ਭਰ ਗਈ ਹੋਵੇ। That is because I saw everything with the strange new sight. ਉਹ ਇਸ ਕਰਕੇ ਲੱਗ ਰਿਹਾ ਸੀ ਮੈਨੂੰ ਕਿਉਂਕਿ ਮੇਰੇ ਅੰਦਰ ਹੁਣ ਦੇਖਣ ਦੀ ਜਿਹੜੀ ਮੇਰੀ ਦ੍ਰਿਸ਼ਟੀ ਸੀ, ਨਜ਼ਰੀਆ ਸੀ, ਉਹ ਮੈਨੂੰ ਅਜੀਬ ਤਰੀਕੇ ਦਾ ਉਹ ਮੈਨੂੰ ਮਿਲ ਗਿਆ ਸੀ, and had come to me. On entering the door, I remembered the doll I had broken. ਜਿਵੇਂ ਮੈਂ ਦਰਵਾਜ਼ੇ ਦੇ ਅੰਦਰ ਦਾਖਲ ਹੋਈ, ਉਸ ਟੁੱਟੀ ਹੋਈ ਡੋਲ ਨੂੰ ਯਾਦ ਕੀਤਾ। I felt my way to the hearth, ਤਾਂ ਮੈਂ ਉਸ ਉਧਰ ਨੂੰ ਗਈ, and picked up the pieces, ਤਾਂ ਉਹਨਾਂ ਟੁਕੜਿਆਂ ਨੂੰ ਚੁੱਕਿਆ, ਉਠਾਇਆ। I tried vainly to put them together. ਮੈਂ ਬੜੀ ਬੇਕਾਰ ਕੋਸ਼ਿਸ਼ ਕਰਨ ਲੱਗੀ ਕਿ ਉਹਨਾਂ ਨੂੰ ਮੈਂ ਜੋੜ ਕੇ ਵਾਪਸ ਡੋਲ ਬਣਾ ਦਿਆਂ, ਵਿਅਰਥ ਵਿੱਚ ਕੋਸ਼ਿਸ਼ ਕਰਨ ਲੱਗੀ। Then my eyes filled with tears. ਫਿਰ ਮੇਰੇ ਅੱਖਾਂ ਵਿੱਚ ਅੱਥਰੂ ਭਰ ਗਏ। For I realized what I had done. ਕਿਉਂਕਿ ਉਸ ਵੇਲੇ ਮੈਂ ਇਹ ਮਹਿਸੂਸ ਕੀਤਾ ਕਿ ਮੈਂ ਕੀ ਕਰ ਬੈਠੀ ਸੀ। And for the first time I felt repentance and sorrow. ਤੇ ਪਹਿਲੀ ਵਾਰ ਮੈਨੂੰ ਪਛਤਾਵਾ ਤੇ ਦੁੱਖ ਹੋਇਆ। I learned a great many new words that day. ਉਸ ਦਿਨ ਮੈਂ ਬਹੁਤ ਨਵੇਂ ਸ਼ਬਦ ਜਿਹੜੇ ਸੀ ਉਹ ਸਿੱਖੇ। I do not remember what they all were. ਮੈਨੂੰ ਹੁਣ ਯਾਦ ਨਹੀਂ ਕਿ ਉਹ ਸਾਰੇ ਕੀ ਸਨ, but I do know that mother, father, sister, teacher were all among them. ਲੇਕਿਨ ਮੈਨੂੰ ਇੰਨਾ ਯਾਦ ਹੈ ਕਿ ਉਹਨਾਂ ਸ਼ਬਦਾਂ ਦੇ ਵਿੱਚ ਮਾਤਾ, ਪਿਤਾ, ਭੈਣ, ਭਰਾ, ਇਹ ਸਾਰੇ ਉਹਨਾਂ ਦੇ ਵਿੱਚ ਸ਼ਾਮਲ ਸਨ। Words that were to make the world blossom for me. ਇਹ ਉਹ ਸ਼ਬਦ ਸਨ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਖੇੜਾ ਦਿੱਤਾ ਸੀ, ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਂਦੀਆਂ ਸਨ। Like Aaron's rod with flowers, it would have been difficult to find a happier child. Students, ਇਹ Aaron's rod ਜਿਹੜੀ ਹੈ, ਇਹ Aaron ਕਿਸੇ ਵਿਅਕਤੀ ਦਾ ਨਾਮ ਹੈ, ਪਰਸਨ ਦਾ ਨਾਮ ਹੈ, ਮਿਸਰ ਦੇ ਵਿੱਚ, ਇਜਿਪਟ ਦੇ ਵਿੱਚ ਹੋਏ ਹੈ। ਉਹਨਾਂ ਦੇ ਕੋਲ ਇੱਕ ਜਾਦੂ ਦੀ ਛੜੀ ਸੀ। ਇਹ ਉੱਥੇ ਲਿਖਣ ਵਿੱਚ, ਬਾਈਬਲ ਦੇ ਵਿੱਚ ਲਿਖਤ ਵਿੱਚ ਆਉਂਦਾ ਹੈ ਕਿ ਉਹਦੇ ਕੋਲ ਇੱਕ ਜਾਦੂ ਦੀ ਛੜੀ ਸੀ, ਜਿਹਦੇ ਨਾਲ ਕਿ ਉਹ ਬਹੁਤ ਚੀਜ਼ਾਂ ਦੀ ਪ੍ਰਾਪਤੀ ਕਰ ਲੈਂਦੇ ਸੀ, ਜੋ ਚਾਹੁੰਦੇ ਸੀ ਉਹ ਪ੍ਰਾਪਤ ਕਰ ਲੈਂਦੇ ਸੀ। ਸੋ ਇਸ ਵੇਲੇ ਹੈਲਨ ਕੈਲਰ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਕੋਲ ਕਿਵੇਂ ਕੋਈ ਜਾਦੂ ਦੀ ਛੜੀ ਆ ਗਈ ਹੋਵੇ, ਜਿਸ ਦੇ ਨਾਲ ਕਿ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਗਈਆਂ ਹੋਣ, ਮੇਰੇ ਰਸਤੇ ਦੇ ਵਿੱਚ ਫੁੱਲ ਹੀ ਫੁੱਲ ਵਿੱਚ ਗਏ ਹੋਣ। It would have been difficult to find a happier child than I was as I lay in my crib at the close of the eventful day. ਤਾਂ ਕਹਿੰਦੇ ਉਸ ਦਿਨ ਮੇਰੇ ਨਾਲੋਂ ਜ਼ਿਆਦਾ ਖੁਸ਼ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਹੋਏਗਾ। ਜਦੋਂ ਸ਼ਾਮ ਨੂੰ, ਰਾਤ ਨੂੰ ਮੈਂ ਆਪਣੇ ਮੰਜੇ ਦੇ ਵਿੱਚ ਆਰਾਮ ਕਰਨ ਵਾਸਤੇ ਰਾਤ ਨੂੰ ਲੇਟੀ, ਤਾਂ ਜਦੋਂ ਉਹ ਸਾਰਾ ਇਵੈਂਟਫੁਲ ਡੇ, ਮਤਲਬ ਉਸ ਦੇ ਵਿੱਚ ਇੰਨੇ ਸਾਰੇ ਉਸ ਦਿਨ ਕੰਮ ਹੋਏ ਸੀ, ਇੰਨੇ ਜ਼ਿਆਦਾ ਐਕਟੀਵਿਟੀਜ਼ ਹੋਈਆਂ ਸੀ, ਜਦੋਂ ਉਹ ਦਿਨ ਖਤਮ ਹੋਇਆ ਤਾਂ ਉਸ ਦਿਨ ਮੇਰੇ ਤੋਂ ਜ਼ਿਆਦਾ ਖੁਸ਼ ਬੱਚਾ ਕੋਈ ਨਹੀਂ ਸੀ। ਐਂਡ ਲਿਵਡ ਓਵਰ ਦ ਜੋਇਜ਼ ਇਟ ਹੈਡ ਬ੍ਰੌਟ ਮੀ, ਤਾਂ ਮੈਂ ਜੋ ਖੁਸ਼ੀਆਂ ਮੈਨੂੰ ਉਸ ਦਿਨ ਮਿਲੀਆਂ ਸੀ, ਉਸ ਦੀ ਖੁਸ਼ੀ ਦੇ ਨਾਲ ਮੈਂ ਜ਼ਿੰਦਗੀ ਜੀ ਉੱਠੀ। ਐਂਡ ਫॉर द फर्स्ट टाइम longed for a new day to come. ਤੇ ਉਸ ਦਿਨ ਪਹਿਲੇ ਦਿਨ ਮੈਨੂੰ ਇਹ ਸੌਣ ਲੱਗੇ ਨੂੰ
ਇੰਜ ਉਤਸੁਕਤਾ ਹੋ ਰਹੀ ਸੀ, ਕਾਹਲੀ ਮੱਚ ਰਹੀ ਸੀ ਕਿ ਅਗਲਾ ਦਿਨ ਜਲਦੀ ਆਵੇ, ਕਿ ਅਗਲਾ ਦਿਨ, ਅਗਲੀ ਸਵੇਰ ਜਲਦੀ ਆ ਜਾਵੇ। ਸੋ ਦਿਸ ਇਜ਼ ਆਲ ਫॉर ਦਿਸ ਲੈਸਨ ਸਟੂਡੈਂਟਸ। ਇਹਦੇ ਵਿੱਚ ਅਸੀਂ ਇਹ ਦੇਖਿਆ ਕਿ ਹੈਲਨ ਕੈਲਰ ਨੂੰ ਕੁਦਰਤ ਵੱਲੋਂ ਕਹਿ ਲਓ ਕਿ ਬਿਮਾਰੀ ਦੇ ਕਾਰਨ ਉਹਨਾਂ ਦੀਆਂ ਅੱਖਾਂ ਦੀ ਨਜ਼ਰ ਚਲੀ ਗਈ ਸੀ। ਇੱਕ ਟੀਚਰ ਦੇ ਹੈਲਪ ਦੇ ਨਾਲ ਉਹਨਾਂ ਨੂੰ ਜਦੋਂ ਹੀ ਜ਼ਿੰਦਗੀ ਦੇ ਅਰਥ ਸਾਹਮਣੇ ਆਉਣ ਲੱਗੇ, ਲੈਂਗੁਏਜ ਦਾ ਜਿਹੜਾ ਰਹੱਸ ਸੀ ਉਹਨਾਂ ਦੇ ਸਾਹਮਣੇ ਖੁੱਲਿਆ, ਮਿਸਟਰੀ ਆਫ ਲੈਂਗੁਏਜ ਉਹਨਾਂ ਦੇ ਸਾਹਮਣੇ ਜਦੋਂ ਹੀ ਖੁੱਲੀ, ਤਾਂ ਕਿਵੇਂ ਉਹਨਾਂ ਨੇ ਖੁਸ਼ੀ ਸਾਰਾ ਕੁਝ ਸਿੱਖਿਆ। ਔਰ ਘੱਟ ਉਮਰ ਦੇ ਵਿੱਚ ਵੀ 20 ਸਾਲਾਂ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਆਪਣੀ ਆਤਮ ਕਥਾ ਲਿਖ ਲਈ। ਔਰ ਉਸ ਤੋਂ ਇਲਾਵਾ ਬ੍ਰੇਲ ਲਿਪੀ ਸਿੱਖੀ ਔਰ ਲਿਪ ਰੀਡਿੰਗ ਸਿੱਖ ਲਈ ਕਿ ਜਦੋਂ ਅਸੀਂ ਬੋਲਦੇ ਹਾਂ ਕੋਈ ਵਾਈਬ੍ਰੇਸ਼ਨਸ ਦੂਸਰੇ ਤੱਕ ਜਿਹੜੀਆਂ ਜਾਂਦੀਆਂ ਨੇ, ਹਵਾ ਦੀ ਵਾਈਬ੍ਰੇਸ਼ਨ ਤੋਂ ਬਹੁਤ ਔਖਾ ਕੰਮ ਹੁੰਦਾ ਜਿਹੜਾ ਕਿ ਉਹਨਾਂ ਨੇ ਸਿੱਖਿਆ, ਕਿਉਂਕਿ ਉਹਨਾਂ ਕੋਲ ਰਿਮਾਰਕੇਬਲ ਗਿਫਟ ਸੀਗਾ ਕੁਝ ਚੀਜ਼ਾਂ ਨੂੰ ਸਿੱਖਣ ਦਾ। ਵੀ ਸ਼ੁੱਡ ਬੀ ਥੈਂਕਫੁਲ ਟੂ ਗੋਡ ਬਿਕਾਜ਼ ਵੀ ਆਰ ਬਲੈਸਡ ਵਿਦ ਐਵਰੀਥਿੰਗ। ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਸਾਡੇ ਕੋਲ ਹਰ ਚੀਜ਼ ਉਸਨੇ ਦਿੱਤੀ, ਹਰ ਅੰਗ ਸਹੀ ਸਲਾਮਤ ਹੈ, ਸਾਡਾ ਕੰਨ, ਅੱਖਾਂ, ਸਭ ਚੀਜ਼ਾਂ ਸਾਡੀਆਂ ਸਹੀ ਸਲਾਮਤ ਨੇ। ਸੋ ਜੇ ਉਹ ਹੈਲਨ ਕੈਲਰ ਇਹਨਾਂ ਚੀਜ਼ਾਂ ਤੋਂ ਬਿਨਾਂ ਵੀ ਇਹਨੇ ਆਪਣੇ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੀ ਹੈ, ਤਾਂ ਵਾਈ ਨਾਟ ਵੀ। ਅਸੀਂ ਇਸ ਪਰਮਾਤਮਾ ਦੇ ਦਿੱਤੇ ਹੋਏ ਅਦਭੁਤ ਗਿਫਟ ਦੀ ਸਹੀ ਯੂਜ਼ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਇਸ ਦੁਨੀਆ ਤੋਂ ਜਾਈਏ। ਮਤਲਬ ਅਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਕਰਨ ਆਏ ਹਾਂ, ਅਸੀਂ ਨੇਕ ਕੰਮ, ਨੌਲੇਜ ਲੈਣੀ, ਐਜੂਕੇਸ਼ਨ ਲੈਣੀ, ਉਸਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਐਜੂਕੇਸ਼ਨ ਨੂੰ ਪ੍ਰਾਪਤ ਕਰੀਏ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ। ਠੀਕ ਹੈ, ਆਪਣੀ ਜ਼ਿੰਦਗੀ ਨੂੰ ਸਵਾਰ ਲਈਏ। ਇਮੈਜਰੇਬਲ, ਨਾ ਮਿਲਿਆ ਜਾ ਸਕਣ ਵਾਲਾ, ਟੂ ਲਾਰਜ ਐਕਸਟੈਂਟ। honeysuckle climbing with plant white yellow flowers, pink flowers with a sweet smell। ਠੀਕ ਹੈ, ਵੇਲ ਹੁੰਦੀ ਹੈ। languor, the pleasant state of feeling lazy and without energy, ਸੁਸਤੀ ਵਾਲਾ। grope, to try to find something that you cannot see, ਕਿ ਮਤਲਬ ਤੁਸੀਂ ਦੇਖ ਨਹੀਂ ਸਕਦੇ, ਟਟੋਲਣ ਦੀ ਕੋਸ਼ਿਸ਼ ਕਰ ਰਹੇ। plummet, to fall suddenly and quickly from a high level or position, ਅਚਾਨਕ ਕਿਸੇ ਉੱਚੀ ਜਗ੍ਹਾ ਤੋਂ ਡਿੱਗ ਜਾਣਾ। ਹਾਰਬਰ, ਕਿਨਾਰਾ, an area of water on the coast। uncomprehending, not understanding a situation or what is happening, ਸਮਝ ਨਾ ਪਾਉਣਾ ਕਿਸੇ ਹਾਲਾਤ ਨੂੰ। tussle, struggle। persist, to continue to do something despite difficulties, ਮੁਸ਼ਕਲਾਂ ਦੇ ਬਾਵਜੂਦ ਵੀ ਕਿਸੇ ਹਾਲਾਤ ਦੇ ਨਾਲ ਲੜ ਸਕਣਾ। confound, to confuse or surprise somebody, ਸਰਪ੍ਰਾਈਜ਼ ਦੇਣਾ। despair, ਨਿਰਾਸ਼ਾ, feeling of having lost all the hope। dashed, a mild swear word by some people emphasize upon to or show that they are annoyed, ਮਤਲਬ ਕਿ ਆਪਣੀ ਖਿਝ ਕਿਸੇ ਦੇ ਉੱਤੇ ਕੱਢਣੀ। tenderness, delicacy, softness। hearth, the floor of the bottom at the fireplace, ਅੰਗੀਠੀ ਦੇ ਨਾਲ ਨੀਚੇ ਵਾਲੀ ਜਗ੍ਹਾ, ਨੇੜੇ ਦੀ ਜਗ੍ਹਾ। hope, to move by jumping on the foot, ਕੁੱਦਣਾ। spout, a pipe or tube। gush, flow or pour suddenly, ਕਿਸੇ ਚੀਜ਼ ਦਾ ਅਚਾਨਕ ਵਗ ਕੇ ਪੈਣਾ। and quickly out of the hole in a large amount, ਅਚਾਨਕ ਜਿਵੇਂ ਪਾਈਪ ਪਰਨਾਲਾ ਛੁੱਟ ਗਿਆ ਹੁੰਦਾ। gush। misty, blurred, not clear, ਸਾਫ਼ ਨਾ ਹੋਣਾ। ਧੁੰਦਲਾ, misty, ਧੁੰਦਲਾ। quiver, to shake slightly or tremble, ਕੰਬਣਾ। repentance, remorse, repentance ਮਤਲਬ ਪਛਤਾਵਾ। crib, small bed with high sides for a baby or young child, ਇੱਕ ਉਹ ਮੰਜਾ, ਉਹ ਬੈੱਡ ਜਿਹਦੀਆਂ ਸਾਈਡਸ ਜਿਹੜੀਆਂ ਨੇ ਉੱਚੀਆਂ ਹੁੰਦੀਆਂ ਨੇ, ਆਲੇ ਦੁਆਲਿਓਂ ਬੰਦ ਹੁੰਦਾ ਤਾਂ ਕਿ ਇੱਕ ਛੋਟਾ ਬੱਚਾ ਉਸ ਤੋਂ ਡਿੱਗ ਨਾ ਜਾਵੇ। change the voice, grammar exercise, change the voice। do not keep bad company, its answer is, passive voice is, bad company is not to be kept, bad company is not to be kept। second one, they will have missed the train, the train would have been missed by them। I shall not show you my book, you would not be shown my book by me। you are to help him, he is to be helped by you, he is to be helped by you। who invented the gramophone, this is interrogative, past indefinite tense। who ਦਾ ਬਣ ਜਾਏਗਾ ਬੱਚੋ by whom, past indefinite, ਇਸ ਕਰਕੇ was ਲੱਗੇਗਾ। by whom was the gramophone invented, question mark। I was given your message by him, he gave me your message। open the door,
Let the door be opened. What do you want? What is wanted by you? Question mark. The fire will have destroyed the house. The house would have been destroyed by the fire. Will have the would have been. We ought to love our country. Our country ought to be loved by us. Do as directed. Infinitive fill करना है. He is slow to forgive. TO2 infinitive. I am sorry to hear this. Combine the following sentences using an infinitive. He collects old stamps even at a great expense. It is his hobby. ਸੋ ਇਹਦੇ ਵਿੱਚ ਅਸੀਂ ਇਨਫਿਨਿਟਿਵ ਯੂਜ਼ ਕਰਾਂਗੇ. ਪਹਿਲਾਂ ਅਸੀਂ ਸੈਕੰਡ ਵਾਲੇ ਸੈਂਟੈਂਸ ਨੂੰ ਲਿਖਾਂਗੇ. ਇਟ ਇਜ਼ ਹਿਜ਼ ਹੌਬੀ ਟੂ ਕਲੈਕਟ 올ਡ ਸਟੈਂਪਸ ਈਵਨ ਐਟ ਅ ਗ੍ਰੇਟ ਐਕਸਪੈਂਸ. ਬਿਕੋਜ਼ ਇੱਥੇ ਸਾਨੂੰ ਗਿਵਨ ਹੈਗਾ ਕਿ ਇਨਫਿਨਿਟਿਵ ਯੂਜ਼ ਕਰਕੇ ਇਹਨਾਂ ਨੂੰ ਕੰਬਾਈਨ ਕਰਨਾ ਹੈ. ਇਨਫਿਨਿਟਿਵ ਟੂ TO2 ਲੱਗੇਗਾ, ਇਸ ਕਰਕੇ ਇਹ ਪਾਰਟ ਪਹਿਲਾਂ ਆਏਗਾ. ਇਟ ਇਜ਼ ਹਿਜ਼ ਹੌਬੀ ਟੂ ਕਲੈਕਟ 올ਡ ਸਟੈਂਪਸ ਈਵਨ ਐਟ ਅ ਗ੍ਰੇਟ ਐਕਸਪੈਂਸ. ਇੱਥੇ ਈ ਕੱਟ ਕੇ ਇਹਦੇ ਨਾਲ ਇਹਨੂੰ ਟੂ ਲਗਾ ਕੇ ਨਾਲ ਜੋੜ ਦੇਣਾ. Combine the following sentence into single sentence. I have no aptitude for business. I must speak out frankly. So again, उसी तरीके नाल I must speak out frankly that I have no aptitude for business. That लगा देना. Next is fill in the blank with the participle. Running water. Participle ing. Running double n करके नाल ing. Running water is not always fit for drinking. Next again फिर participle है. Y कट के ing carrying by the winds. Seeds are scattered far and wide. Combine the following sentence using a participle. He was dissatisfied. He resigned his post. Having been dissatisfied, he resigned his post. Again, we met a girl. He was carrying a basket of flowers. We met a girl carrying a basket of flowers. He is fond of swimming. Double MING, swimming, gerund. ING. Are you afraid of his hearing you? Are you afraid of his hearing you? Gerund. So students, this is all for today. Take care. Thank you.